ਸਿਆਸਤ ਤੇ ਚਾਹੁੰਦਾ ਤੁਹਾਨੂੰ ਸ਼ੌਕ ਕਿਵੇਂ ਹੋ ਗਿਆ? ਮਤਲਬ ਇਹ ਤੇ ਬੜਾ ਮੁਸ਼ਕਿਲ ਕੰਮ ਹੈ ਤੇ ਤੁਸੀਂ ਦੇਖੋ ਅਮੀਰ ਆਦਮੀ ਵੀ ਕੋਈ ਨਹੀਂ ਹੈਗੇ ਤੇ ਅਮੀਰਾਂ ਦੇ ਸ਼ੌਕ ਨੇ। ਮਜਬੂਰੀ ਹੈ ਆਵਾਮ ਦੇ ਵਿੱਚ ਰਹਿਣਾ, ਉਹਨਾਂ ਦੁੱਖ ਸੁੱਖ ਦੇ ਵਿੱਚ ਰਹਿਣਾ ਤੇ ਸਿਆਸਤ ਦੀ ਖਿਦਮਤ ਹੈ। ਲੇਕਿਨ ਉਹ ਲੋਕਾਂ ਨੇ ਬਿਜ਼ਨਸ ਬਣਾ ਲਿਆ, ਉੱਤੇ ਕਾਰੋਬਾਰ ਬਣਾ ਲਿਆ। ਸਾਡੇ 2018 ਦੇ ਵਿੱਚ ਫਿਰ ਆਵਾਮ ਦੀ ਖੁਆਇਸ਼ ਹੈਗੀ ਸੀ ਵੀ ਬੀਬੀ ਜੁਗਨੂ ਮੋਹਸਨ ਸਾਹਿਬਾ ਆਜ਼ਾਦ ਇਲੈਕਸ਼ਨ ਲੜਨ। ਆਜ਼ਾਦ ਇਲੈਕਸ਼ਨ ਲੜਨ ਦਾ ਪਲਾਨ ਹੈਗਾ ਤੁਹਾਡਾ ਕਿ ਤੁਹਾਨੂੰ ਜਿਹੜਾ ਹੈਗਾ ਕੋਈ ਟਿਕਟ ਦੀ ਉਮੀਦ ਹੈਗੀ ਹੈ ਕਿ ਕਿਸੇ ਪਾਰਟੀ ਕੋਲੋਂ ਟਿਕਟ ਵੀ ਲੈਣਾ? ਹੁਣ ਵੀ ਆਵਾਮ ਨਾਲ ਹੈ, ਕੋਈ ਟਿਕਟ ਦੀ ਜ਼ਰੂਰਤ ਹੀ ਨਹੀਂ। ਜੁਗਨੂ ਮੋਹਸਨ ਸਾਹਿਬਾ ਨੇ ਆਪ ਫੈਸਲਾ ਕਰ ਲਿਆ ਕਿ ਹੁਣ ਤੁਹਾਨੂੰ ਇਲੈਕਸ਼ਨ ਲੜਵਾਉਣਗੀਆਂ, ਆਪ ਨਹੀਂ ਲੜਨਗੀਆਂ। ਮੈਂ ਆਵਾਮ ਦੇ ਵਿੱਚ ਰਹਿਣਾ ਹਰ ਟਾਈਮ, ਆਵਾਮ ਮੈਨੂੰ ਆਸਾਨੀ ਨਾਲ ਮਿਲ ਸਕਦੀ ਹੈ। ਮੈਂ ਉਹਨਾਂ ਨੂੰ ਪਛਾਣਨਾ, ਉਹ ਮੈਨੂੰ ਪਛਾਣਦੇ ਨੇ। 4 ਲੰਗਰ ਖਾਨੇ ਸਾਡੇ ਚੱਲ ਰਹੇ ਨੇ। ਸਾਫ ਪਾਣੀ ਦੇ ਪਲਾਂਟ ਕਿਹੜੇ ਅਸੀਂ ਬੇਹੱਦ ਆਪਣੇ ਹਲਕੇ ਦੇ ਵਿੱਚ ਲਾਏ ਨੇ। अस्सलाम वालेकुम एंड वेलकम टू नया दौर स्पेशल। हमारा ये एक स्पेशल प्रोजेक्ट है। हम इसके अंदर जो मुल्क के सियासी हलके हैं वहाँ पर बात करते हैं। आपको पता होगा, बहुत सारे ऐसे नाज़रीन जानते होंगे कि हम नया दौर के प्लेटफॉर्म से एक प्रोग्राम आपका हल्का भी करते रहे हैं। ऑब्वियसली इलेक्शन आने वाला है, सर पर है, तो उसके बाद हम इस प्रोग्राम को भी रिवाइव दोबारा करेंगे। लेकिन आज हम उसी के प्रोग्राम की किस्म का एक और प्रोग्राम आपके लिए लेकर आए हैं। हमारे पास मौजूद हैं स्टूडियो के अंदर एक नौजवान सियासी रहनुमा हैं और आने वाले 2023 के इलेक्शन में ये पाकिस्तान के अंदर शायद वैसे बहुत कम होता होगा ऐसा कि कोई शख्स जो सिटिंग एमपी है वो अपनी सीट पर किसी और को कहे कि भाई आप आकर इलेक्शन लड़ना शुरू कर दें। तो ये हमारे पास जो मौजूद हैं राय मुश्ताक खरल साहब, उकाड़ा से इनका ताल्लुक है। PP 184 के ऊपर जहाँ पर जो हैं जुगनू मोहसिन साहिबा MP हैं, वहाँ पर इनको जो है लाया जा रहा है और जुगनू मोहसिन साहिबा के ग्रुप से आने वाले इलेक्शन के अंदर जो है मुश्ताक खरल साहब उम्मीदवार होंगे। मुश्ताक साहब, वेलकम टू द शो। नाज़रीन, ਇਹ ਜਿਹੜਾ ਸ਼ੋਅ ਹੈਗਾ ਹੁਣ ਅਸੀਂ ਇਹਦੇ ਬਾਤ ਕਰਾਂਗੇ ਪੰਜਾਬੀ ਜ਼ਬਾਨ, ਤਾਂ ਕਿ ਮੁਸ਼ਤਾਕ ਸਾਹਿਬ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਆਵਾਮ ਦੀ ਜਿਹੜੀ ਜ਼ਬਾਨ ਹੈ, ਜਿਹੜੀ ਉਹਨਾਂ ਦੀ ਮਾਦਰੀ ਜ਼ਬਾਨ ਹੈ, ਉਹਦੇ 'ਚ ਆਵਾਮ ਨਾਲ ਗੱਲ ਕਰ ਸਕਣ। ਤੇ ਹੁਣ ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਹੈ ਹੁਣ ਅਗਾਂਹ ਜਿਹੜਾ ਹੈਗਾ ਪੰਜਾਬੀ ਟੋਰਾਂਗੇ। ਤੇ ਮੁਸ਼ਤਾਕ ਸਾਹਿਬ ਮੈਨੂੰ ਦੱਸੋ ਕਿ ਸਿਆਸਤ ਤੇ ਚਾਹੁੰਦਾ ਤੁਹਾਨੂੰ ਸ਼ੌਕ ਕਿਵੇਂ ਹੋ ਗਿਆ? ਮਤਲਬ ਇਹ ਤੇ ਬੜਾ ਮੁਸ਼ਕਿਲ ਕੰਮ ਹੈ ਤੇ ਤੁਸੀਂ ਦੇਖੋ ਅਮੀਰ ਆਦਮੀ ਵੀ ਕੋਈ ਨਹੀਂ ਹੈਗੇ ਤੇ ਅਮੀਰਾਂ ਦੇ ਸ਼ੌਕ ਨੇ। ਜੀ ਸਿਆਸਤ ਦੇ ਵਿੱਚ ਨਹੀਂ, ਦਰਅਸਲ ਅਸੀਂ 2008 ਤੋਂ ਲੈ ਕੇ ਖਿਦਮਤ ਕਰ ਰਹੇ ਹਾਂ ਆਵਾਮ ਦੀ। ਤੇ ਸਿਆਸਤ ਦੇ ਵਿੱਚ ਅਸਲ ਸਾਡੀ ਸਿਆਸਤ ਨਹੀਂ, ਸਾਡੀ ਆ ਇੱਕ ਤਰ੍ਹਾਂ ਦੀ ਸਮਝ ਲਓ ਵੀ ਸਾਡਾ ਉਹਨਾਂ ਮਜਬੂਰੀ ਹੈ ਆਵਾਮ ਦੇ ਵਿੱਚ ਰਹਿਣਾ, ਉਹਨਾਂ ਦੁੱਖ ਸੁੱਖ ਦੇ ਵਿੱਚ ਰਹਿਣਾ। ਕਿਉਂਕਿ ਸਿਆਸਤ ਕਿਹੜੇ ਲੋਕ ਕਰਦੇ ਨੇ ਉਹ ਸਾਫ਼ ਸਰ ਤੁਹਾਡੀ ਗੱਲ ਹੈਗੀ ਵੀ ਉਹ ਅਮੀਰ ਆਦਮੀਆਂ ਦਾ ਕੰਮ ਹੈ। ਸਿਆਸਤ ਅਗਰ ਵੇਖੀ ਜਾਵੇ ਤੇ ਸਿਆਸਤ ਦੀ ਖਿਦਮਤ ਹੈ। ਲੇਕਿਨ ਉਹ ਲੋਕਾਂ ਨੇ ਬਿਜ਼ਨਸ ਬਣਾ ਲਿਆ, ਉੱਤੇ ਕਾਰੋਬਾਰ ਬਣਾ ਲਿਆ। ਸਾਡੇ ਜ਼ਿਲ੍ਹੇ ਦੇ ਵਿੱਚ ਬਲਕਿ ਪੂਰੇ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਹੈ। ਇਸ ਵਜ੍ਹਾ ਤੋਂ ਅਸੀਂ ਲੋਕਾਂ ਦੀ ਖਿਦਮਤ ਕਰਨਾ ਚਾਹੁੰਦੇ ਹਾਂ, ਅਸੀਂ ਲੋਕਾਂ ਦਾ ਦਰਦ ਦੁੱਖ ਸਮਝ ਸਕਦੇ। ਇਸ ਵਜ੍ਹਾ ਤੋਂ ਕਿਹੜਾ ਅਸੀਂ ਐਲਾਨ ਕੀਤਾ। ਤੇ ਮੁਸ਼ਤਾਕ ਸਾਹਿਬ, ਕਦੋਂ ਤੋਂ ਤੁਸੀਂ ਇਹ ਸਿਆਸਤ ਦਾ ਸ਼ੁਰੂ ਕੀਤਾ? ਮੈਨੂੰ ਤੁਹਾਡੇ ਨਾਲ ਗੱਲ ਹੋ ਰਹੀ ਸੀ, ਤੁਸੀਂ ਮੈਨੂੰ ਦੱਸ ਰਹੇ ਹੋ ਕਿ ਤੁਸੀਂ ਬਲਦਿਆਤੀ ਲੈਵਲ ਤੇ ਸਿਆਸਤ ਤੋਂ ਆਗਾਜ਼ ਕੀਤਾ ਸੀ ਤੇ ਹੁਣ ਉੱਥੋਂ ਚੱਲ ਕੇ ਇੱਥੇ ਤੱਕ ਆਏ ਹੋ। ਜੀ ਬਿਲਕੁਲ ਜੀ, 2015 ਤੋਂ ਜੀ ਮੈਂ ਬਲਦਿਆਤ ਦਾ ਇਲੈਕਸ਼ਨ ਲੜਿਆ, ਚੇਅਰਮੈਨ UC ਦਾ, ਕਿਹੜਾ ਮੈਂ ਅਲਮੋਸਨ ਗਰੁੱਪ ਦੀ ਤਰਫੋਂ ਲੜਿਆ। ਬੀਬੀ ਜੁਗਨੂ ਮੋਹਸਨ ਸਾਹਿਬਾ ਨੇ ਅਲਮੋਸਨ ਗਰੁੱਪ ਬਣਾਇਆ ਔਰ ਮੈਂ ਉਸ ਟਾਈਮ ਦੇ ਮੌਜੂਦਾ MPA ਦੀ ਘਰ ਦੀ ਸੀਟ ਤੋਂ ਆਜ਼ਾਦ ਜਿੱਤਿਆ। ਤੇ 2015 ਤੋਂ ਲੈ ਕੇ ਬਲਕਿ 2000 ਉਸ ਤੋਂ ਪਿੱਛੇ ਜਾਈਏ 63 ਤੋਂ ਲੈ ਕੇ ਅਸੀਂ ਖਿਦਮਤ ਕਰ ਰਹੇ ਹਾਂ ਆਵਾਮ ਦੀ। ਇਹ ਜਿਹੜੇ ਮੌਜੂਦਾ MPA ਸਨ ਉਹ ਉਸ ਵਕਤ 2015 ਮੌਜੂਦਾ MPA ਨਹੀਂ ਸਨ, ਖਾਲੀ ਉਹ ਵਜ਼ੀਰ ਵੀ ਸਨ ਉਸ ਵਕਤ, ਹਾਇਰ ਐਜੂਕੇਸ਼ਨ ਦੇ ਵਜ਼ੀਰ ਸਨ। ਸੈਯਦ ਅਲੀ ਰਜ਼ਾ ਗਿਲਾਨੀ ਸਾਹਿਬ ਦੀ ਗੱਲ ਕਰ ਰਹੇ ਹੋ ਨਾ ਤੁਸੀਂ? ਜੀ ਬਿਲਕੁਲ ਬਿਲਕੁਲ ਜੀ ਸਰ। ਹਾਂਜੀ, ਅੱਜ ਉਹਨਾਂ ਦੀ ਘਰ ਦੀ ਸੀਟ ਤੇ ਮੇਰੇ ਮੁਕਾਬਲੇ ਤੋਂ ਉਹਨਾਂ ਦਾ ਕੈਂਡੀਡੇਟ ਹੈਗਾ ਸੀ ਜਿਹੜਾ ਸ਼ੇਰ ਦੇ ਨਿਸ਼ਾਨ ਤੋਂ ਹੈਗਾ ਸੀ। ਲੇਕਿਨ ਮੈਂ ਉਹ ਆਜ਼ਾਦ ਸੀਟ ਅਲਮੋਸਨ ਗਰੁੱਪ ਤੋਂ ਜਿੱਤ ਕੇ ਤੇ ਫਿਰ ਉਸ ਤੋਂ ਬਾਅਦ ਅਸੀਂ ਸ਼ੇਰ। ਇਹਦਾ ਮਤਲਬ ਹੈ ਉਹ ਜਿਹੜਾ ਪੌਦਾ ਸੀ ਉਹ ਤੁਸੀਂ ਪਹਿਲਾਂ ਲਾਇਆ, ਜਿਹਦੇ ਬਾਅਦ ਜੁਗਨੂ ਮੋਹਸਿਨ ਸਾਹਿਬਾ 2018 'ਚ ਉਹ ਵੀ ਆਜ਼ਾਦ ਖਲੋਤੀਆਂ ਤੇ ਉਹਨਾਂ ਨੇ ਅਲੀ ਰਜ਼ਾ ਗਿਲਾਨੀ ਸਾਹਿਬ ਨੂੰ ਹਰਾਤਾ ਤੇ ਉਹਨਾਂ ਦਾ ਖਾਨਦਾਨ ਤੇ ਦਹਾਈਆਂ ਤੋਂ ਉੱਥੇ ਸਿਆਸਤ ਜਿੱਤੀ ਆ ਰਿਹਾ ਸੀ ਤੇ ਹੁਣ ਤੁਸੀਂ ਤੇ ਫਿਰ ਕਮਾਲ ਕਰਤਾ ਹੈ ਕਰਕੇ। ਜੀ ਬਿਲਕੁਲ ਇਸ ਤਰ੍ਹਾਂ ਹੈ। ਬਲਕਿ ਅਸੀਂ ਪੌਦਾ ਨਹੀਂ, ਬੀਬੀ ਜੁਗਨੂ ਮੋਹਸਿਨ ਸਾਹਿਬਾ ਨੇ ਉਹ ਪੌਦਾ ਲਾਇਆ, ਕਿਹੜਾ ਅਸੀਂ ਉਹ ਪੌਦਾ ਉਸ ਟਾਈਮ ਤੇ ਲੱਗੇ ਹੋਏ ਤੇ ਅੱਜ ਅੱਲਾ ਦੇ ਸ਼ੁਕਰ ਹੈ ਕਿ ਅਸੀਂ ਇੱਕ ਦਰਖਤ ਨੁਮਾ ਹੈ। ਤੇ 2018 ਦੇ ਵਿੱਚ ਫਿਰ ਆਵਾਮ ਦੀ ਖੁਆਇਸ਼ ਹੈਗੀ ਸੀ ਵੀ ਬੀਬੀ ਜੁਗਨੂ ਮੋਹਸਨ ਸਾਹਿਬਾ ਆਜ਼ਾਦ ਇਲੈਕਸ਼ਨ ਲੜਨ ਤੇ ਫਿਰ ਉਹ ਬੀਬੀ ਜੁਗਨੂ ਮੋਹਸਨ ਸਾਹਿਬਾ ਨੇ ਆਜ਼ਾਦ ਇਲੈਕਸ਼ਨ ਲੜਿਆ, ਉਹ ਬੜੀ ਲੀਡ ਤੋਂ ਜਿੱਤੇ। ਤਕਰੀਬਨ 21,000 ਦੀ ਲੀਡ ਸੀ। 40,000 ਮਿਲਿਆ ਸੀ ਅਲੀ ਰਜ਼ਾ ਗਿਲਾਨੀ ਸਾਹਿਬ ਨੂੰ ਤੇ ਤਕਰੀਬਨ ਮੇਮਨਾਤ ਮੋਹਸਿਨ ਸਾਹਿਬਾ ਜਿਹੜੀਆਂ ਨੇ ਯਾਨੀ ਕਿ ਜੁਗਨੂ ਮੋਹਸਿਨ ਸਾਹਿਬਾ ਉਹਨਾਂ ਨੂੰ ਮਿਲੇ ਸਨ ਤਕਰੀਬਨ 61,200 ਕੁਝ ਵੋਟ। ਤੇ ਮੈਨੂੰ ਇਹ ਦੱਸੋ ਕਿ ਤੁਸੀਂ ਇਲਾਕੇ ਦੇ ਜਿਹੜੀ ਹਲਕਾ ਹੈਗਾ ਉਹਦੇ 'ਚ ਓਬਵੀਅਸਲੀ ਜੁਗਨੂ ਮੋਹਸਿਨ ਸਾਹਿਬਾ ਆਪ ਵੀ ਖਤੂਨ ਨੇ ਤੇ ਸਾਡੇ ਜਿਹੜੇ ਪਿੰਡ ਹੁੰਦੇ ਨੇ ਉਹਨਾਂ 'ਚ ਬੜੀ ਕੰਮ ਹੈਗਾ ਕਿ ਉੱਥੇ ਬੈਕਵਰਡਨੈਸ ਤੇ ਆਮ ਹੁੰਦੀ ਹੈ, ਯਾਨੀ ਕਿ ਸਾਰਿਆਂ ਵਾਸਤੇ ਹੁੰਦੀ ਪਰ ਔਰਤਾਂ ਵਾਸਤੇ ਜ਼ਿਆਦਾ ਹੁੰਦੀ ਹੈ। ਉਹਨਾਂ ਦੀ ਮਤਲਬ ਜਿਹੜੇ ਮਸਾਇਲ ਹੁੰਦੇ ਨੇ ਉਹਨਾਂ ਨੂੰ ਸੁਣਨ ਵਾਲਾ ਕੋਈ ਨਹੀਂ ਹੁੰਦਾ। ਤੇ ਤੁਸੀਂ ਇਹ ਦੱਸੋ ਮੈਨੂੰ ਕਿ ਤੁਸੀਂ ਜਿਹੜਾ ਟਾਈਮ ਲੱਭਿਆ ਤੁਹਾਨੂੰ 2018 ਤੋਂ ਲੈ ਕੇ 2023 ਤੱਕ ਉਹ MP ਵੀ ਰਹੀਆਂ ਨੇ, ਉਸ ਤੋਂ ਪਹਿਲੇ ਤੁਸੀਂ ਵੀ ਨਾਜ਼ਮ ਰਹੇ ਹੋ ਤੇ ਉਹਨਾਂ ਕੋਲ ਇਖਤਿਆਰ ਵੀ ਰਿਹਾ ਤੇ ਉਹਨਾਂ ਨੇ ਆਵਾਮ ਵਾਸਤੇ ਤੇ ਕੰਮ ਕੀਤੇ ਹੋਣਗੇ। ਮੈਨੂੰ ਇਹ ਜ਼ਿਆਦਾ ਇੰਟਰਸਟ ਹੈਗਾ ਕਿ ਉਹਨਾਂ ਨੇ ਬੀਬੀਆਂ ਵਾਸਤੇ ਯਾਨੀ ਕਿ ਖਵਾਤੀਨ ਵਾਸਤੇ ਕੀ ਕੰਮ ਕੀਤੇ ਨੇ ਆਪਣੇ ਹਲਕੇ 'ਚ? ਜੀ ਖਵਾਤੀਨ ਵਾਸਤੇ ਬੀਬੀਆਂ ਦਾ ਸਪੈਸ਼ਲ ਤਾਂ ਪਹਿਲੇ ਨੰਬਰ ਤੇ ਖਵਾਤੀਨ ਦੀ ਸਿਹਤ ਵਾਸਤੇ ਉਹਨਾਂ ਕੰਮ ਕੀਤਾ, ਉੱਤੇ ਹਸਪਤਾਲ ਬਣਾਇਆ ਸਪੈਸ਼ਲ, ਕਿੰਨੇ ਵਿੱਚ ਖਵਾਤੀਨ ਆਸਾਨੀ ਦੇ ਨਾਲ ਉਹ ਸ਼ਹਿਰ ਦੇ ਵਿੱਚ ਬਣਾਇਆ, ਸ਼ੇਰਗੜ੍ਹ ਦੇ ਵਿੱਚ, ਉਹ ਸਾਡੇ ਹਲਕੇ ਦੇ ਵਿੱਚ ਦਰਮਿਆਨ ਦੇ ਵਿੱਚ ਸ਼ੇਰਗੜ੍ਹ, ਠੀਕ ਹੈ ਨਾ, ਉੱਥੇ ਆਸਾਨੀ ਨਾਲ ਔਰਤਾਂ ਜਾ ਸਕਦੀਆਂ ਨੇ, ਆਪਣਾ
ਫ੍ਰੀ ਇਲਾਜ ਕਰਵਾ ਸਕਦੀਆਂ ਨੇ। ਫਿਰ ਉਹਨਾਂ ਦੇ ਆਪਣਾ ਪਾਰਕ ਬਣਾਈ ਔਰਤਾਂ ਵਾਸਤੇ, ਲੇਡੀਜ਼ ਪਾਰਕ। ਫਿਰ ਉਹਨਾਂ ਦੇ ਵਾਸਤੇ ਇੱਕ ਸਿਲਾਈ ਸਕੂਲ ਬਣਾਇਆ ਹੈ ਸ਼ੇਰਗੜ੍ਹ ਦੇ ਹਵੇਲੀ ਦੇ ਵਿੱਚ, ਕਿਤੇ ਆ ਕੇ ਕਿਹੜੀਆਂ ਬੇਰੁਜ਼ਗਾਰ ਔਰਤਾਂ ਨੇ ਉਹ ਆਪਣਾ ਕੇ ਕੰਮ ਕਰ ਸਕਣ, ਉਹਨਾਂ ਨੂੰ ਆਪਣੀ ਇੱਜ਼ਤ ਦੇ ਨਾਲ ਉਹਨਾਂ ਦੀ ਕਿਹੜੀ ਆਪਣੀ ਸੈਲਰੀ ਉਹਨਾਂ ਨੂੰ ਮਿਲ ਸਕੇ, ਉਹਨਾਂ ਦਾ ਘਰ ਦਾ ਸਿਸਟਮ ਚੱਲੇ। ਔਰ ਉਸ ਤੋਂ ਇਲਾਵਾ ਅੱਜ ਤੱਕ ਵੀ ਉਹਨਾਂ ਦੇ ਬਲਕਿ ਜਿਹੜੀ ਗਰੀਬ ਔਰਤਾਂ ਨੇ ਉਹਨਾਂ ਦਾ ਇਲਾਜ ਮਾਜਰੇ ਦਾ ਬੀਬੀ ਨੂੰ ਪੂਰਾ ਖਿਆਲ ਕਰਦੇ ਨੇ। ਔਰ ਉਹ ਸਾਡਾ ਸਿਲਸਿਲਾ ਜਾਰੀ ਹੈ ਇਨਸ਼ਾ ਅੱਲਾਹ ਤਾਲਾ, ਮਜ਼ੀਦ ਇਸ ਕੰਮ ਨੂੰ ਅਸੀਂ ਅੱਗੇ ਲੈ ਕੇ ਚੱਲਾਂਗੇ। ਇਹ ਤੇ ਮੁਸ਼ਤਾਕ ਸਾਹਿਬ ਨੂੰ ਦੱਸੋ, ਇਹ ਜਿਹੜੀ ਸੈਂਟਰਲ ਪੰਜਾਬ ਦੀ ਸਿਆਸਤ ਹੈ ਨਾ, ਇੱਥੇ ਤੇ ਬਹੁਤ ਜ਼ਿਆਦਾ ਪਾਰਟੀ ਦਾ ਟਿਕਟ ਹੁੰਦਾ ਹੈ ਕਿ ਪਾਕਿਸਤਾਨ ਤਹਿਰੀਕ ਇਨਸਾਫ ਦਾ ਟਿਕਟ ਲੱਭ ਜਾਏ ਕਿਸੇ ਨੂੰ ਜਾਂ ਨੂਨ ਲੀਗ ਦਾ ਟਿਕਟ ਲੱਭ ਜਾਏ ਤਾਂ ਬੜੇ ਹੀਰੋ ਬਣ ਜਾਂਦੇ ਨੇ। ਤੁਹਾਨੂੰ ਆਉਣ ਵਾਲੇ ਇਲੈਕਸ਼ਨ ਵਿੱਚ ਕੋਈ ਟਿਕਟ ਚਾਹੀਦਾ? ਤੁਸੀਂ ਪਹਿਲੇ ਤੇ ਆਜ਼ਾਦ ਜਿੱਤੇ ਆਏ ਹੋ, 2018 'ਚ ਵੀ ਆਜ਼ਾਦ ਜਿੱਤੇ ਸੋ, ਉਸ ਤੋਂ ਪਹਿਲੇ ਤੁਸੀਂ ਦੱਸ ਰਹੇ ਹੋ ਜਿਹੜਾ ਉਦੋਂ ਵੀ ਤੁਸੀਂ ਸ਼ੇਰ ਦੇ ਖਿਲਾਫ ਆਜ਼ਾਦ ਜਿੱਤੇ ਸੋ, ਤੇ ਹੁਣ ਤੁਹਾਡਾ ਕੀ ਖਿਆਲ ਹੈ? ਆਜ਼ਾਦ ਇਲੈਕਸ਼ਨ ਲੜਨ ਦਾ ਪਲਾਨ ਹੈਗਾ ਤੁਹਾਡਾ ਕਿ ਤੁਹਾਨੂੰ ਜਿਹੜਾ ਹੈਗਾ ਕੋਈ ਟਿਕਟ ਦੀ ਉਮੀਦ ਹੈਗੀ ਹੈ ਕਿ ਕਿਸੇ ਪਾਰਟੀ ਕੋਲੋਂ ਟਿਕਟ ਵੀ ਲੈਣਾ? ਦਰਅਸਲ ਜਿਹੜੇ ਟਿਕਟ ਹੈ ਨਾ, ਕਿਹੜੇ ਲੋਕ ਕੰਮ ਨਹੀਂ ਕਰਦੇ, ਕਿਹੜੇ 4 ਸਾਲ ਗਾਇਬ ਰਹਿੰਦੇ ਨੇ, ਉਹਨਾਂ ਨੂੰ ਜਾਂ ਆਖਰੀ ਦਿਨਾਂ ਇਲੈਕਸ਼ਨਾਂ ਦੇ ਦੌਰਾਨ ਉਹ ਆਉਂਦੇ ਨੇ ਟਿਕਟ ਲੈ ਕੇ ਵੀ ਮੈਂ ਟਿਕਟ ਦੇ ਨਿਸ਼ਾਨ ਤੋਂ ਜਿੱਤਣਾ ਹੈ। ਉਹਨਾਂ ਦੀ ਮਜਬੂਰੀ ਹੁੰਦੀ ਕਿਉਂਕਿ ਉਹਨਾਂ ਆਵਾਮ ਦੇ ਵਿੱਚ ਕੰਮ ਨਹੀਂ ਕੀਤਾ ਹੁੰਦਾ। ਲੇਕਿਨ ਅੱਲਾਹ ਦਾ ਸ਼ੁਕਰ ਹੈ ਅਸੀਂ ਆਵਾਮ ਦੇ ਵਿੱਚ ਹਾਜ਼ਰ ਹੈ, ਦੁੱਖ ਤਕਲੀਫ ਦੇ ਵਿੱਚ ਹਰ ਟਾਈਮ ਦੁੱਖ ਸੁੱਖ ਦੇ ਨਾਲ ਉਹਨਾਂ ਦੀ ਜੋ ਵੀ ਪਰੇਸ਼ਾਨੀ ਹੈ ਉਹਨਾਂ ਦੀ ਅਸੀਂ ਹੱਲ ਕਰਨੇ ਹੈ। ਉਸ ਤੋਂ ਬਾਅਦ ਤੇ ਅਸੀਂ ਹਰ ਟਾਈਮ ਆਵਾਮ ਦੇ ਵਿੱਚ ਮੌਜੂਦ ਰਹਿੰਦੇ ਹਾਂ। ਆਵਾਮ ਦੀ ਖੁਆਇਸ਼ ਹੈ ਕਿ ਨਾਲ ਆਵਾਮ ਹੁੰਦੀ, ਉਹਨਾਂ ਨੂੰ ਟਿਕਟਾਂ ਦੀ ਨਹੀਂ ਜ਼ਰੂਰਤ ਹੁੰਦੀ। ਇਨਸ਼ਾਅੱਲਾ ਉਹ ਜਿੱਤ ਕੇ ਜੋ ਆਵਾਮ ਫਿਰ ਫੈਸਲਾ ਕਰੇਗੀ, ਜੋ ਜਿੱਤੀ ਹੋਈ ਪਾਰਟੀ ਅਸੀਂ ਆਪਣੇ ਹਲਕੇ ਦੇ ਕੰਮਾਂ ਵਾਸਤੇ ਉਹਨਾਂ ਨਾਲ ਇਨਸ਼ਾਅੱਲਾ। ਅੱਛਾ, ਇਹ ਬੜੀ ਹੈਰਤ ਵਾਲੀ ਗੱਲ ਹੈਗੀ, ਬੰਦਾ ਕੋਈ MPA ਬਣ ਜਾਂਦਾ ਹੈ, ਆਜ਼ਾਦ ਬਣ ਜਾਂਦਾ ਹੈ, ਫਿਰ ਵੱਡਾ ਆਦਮੀ ਵੀ ਹੋਏ ਤੇ ਉਹ ਆਪਣੀ ਸੀਟ ਛੱਡਦਾ ਨਹੀਂ ਹੈ। ਮਤਲਬ ਉਹਨੂੰ ਤੇ ਤੁਹਾਡੇ ਤਰ੍ਹਾਂ ਦੇ ਬੰਦੇ ਚਾਹੀਦੇ ਹੁੰਦੇ ਨੇ ਜਿਹੜੇ ਹਲਕੇ ਸਾਰੇ ਕੰਮ ਕਰਾ ਕਰੂ ਕੇ ਉਹ ਕਰ ਲੈਣ ਤੇ ਉਹ ਆਪ ਉੱਤੇ MPA ਬਣ ਕੇ ਬੈਠੇ ਰਹੇ। ਲੇਕਿਨ ਜੁਗਨੂ ਮੌਸਮ ਸਾਹਿਬਾਂ ਨੇ ਆਪ ਫੈਸਲਾ ਕਰ ਲਿਆ ਕਿ ਹੁਣ ਤੁਹਾਨੂੰ ਉਹ ਇਲੈਕਸ਼ਨ ਲੜਵਾਉਣਗੀਆਂ, ਆਪ ਨਹੀਂ ਲੜਨਗੀਆਂ। ਤੇ ਤੁਹਾਡੇ ਖਿਆਲ 'ਚ ਮਤਲਬ ਇਹ ਅਜੀਬ ਜੀ ਗੱਲ ਨਹੀਂ ਹੈ ਕਿ ਪਾਕਿਸਤਾਨ 'ਚ ਇਸ ਤਰ੍ਹਾਂ ਦੀ ਸਿਆਸਤ ਹੁੰਦੀ ਨਹੀਂ ਹੈ ਵੈਸੇ? ਜੀ ਬਿਲਕੁਲ ਇਸ ਤਰ੍ਹਾਂ ਜੀ, ਸਾਡੇ ਹਲਕੇ ਦੇ ਵਿੱਚ ਤਾਂ ਰਿਵਾਜ਼ ਹੈ, ਬਲਕਿ ਸਾਰੇ ਪਾਕਿਸਤਾਨ ਵਿੱਚ ਰਿਵਾਜ਼ ਹੈ। ਇੱਥੇ ਪੁੱਤਰਪਾਲ ਸਕੀਮਾਂ ਚੱਲੀਆਂ ਹੋਈਆਂ ਨੇ। ਪੁੱਤਰਪਾਲ ਸਕੀਮ ਦਾ ਮਤਲਬ ਹੈਗਾ ਹੈ ਕਿ ਅਗਰ ਮੈਂ ਨਾ ਤਾਂ ਮੈਂ ਚਾਹਾਂਦਾ ਮੇਰਾ ਬੇਟਾ ਹੀ ਅੱਗੋਂ MN ਬਣੇ ਜਾਂ MPA ਬਣੇ, ਕੋਈ ਹੋਰ ਆਮ ਆਦਮੀ ਨਾ ਅੱਗੇ ਆਵੇ। ਤੇ ਆ ਬੀਬੀ ਹਰਾ ਇੱਕ ਇਸ ਇਲਾਕੇ ਦੇ ਵਿੱਚ, ਕਿਉਂਕਿ ਉਹ ਬੀਬੀ ਦੀ ਇੱਕ ਮਿਸਾਲ, ਉਹ ਕਹਿੰਦੇ ਨੇ ਮੈਂ ਪੁਲ ਆ ਤੇ ਮੈਂ ਚਾਹਣੀ ਆ ਵੀ ਤੁਸੀਂ ਪੁਲ ਕ੍ਰਾਸ ਕਰਕੇ ਤੁਸੀਂ ਆਪਣਾ ਉੱਤੇ ਆਪਣੀ ਮੰਜ਼ਿਲ ਤੇ ਪਹੁੰਚੋ। ਉਹਨਾਂ ਕਿਹਾ ਵੀ ਆਵਾਮ, ਉਹ ਚਾਹੁੰਦੇ ਨੇ ਕਿਹੜਾ ਆਵਾਮ ਦੀ ਖਿਦਮਤ ਕਰ ਸਕਦਾ, ਕਿਹੜਾ ਆਵਾਮ ਦੇ ਵਿੱਚ ਰਹਿ ਸਕਦਾ, ਦਿਨ ਹੋਵੇ ਰਾਤ ਹੋਵੇ। ਕਿਉਂਕਿ ਮੇਰੇ ਤਾਂ ਕੋਈ ਲਾਹੌਰ ਜਾਂ ਇਸਲਾਮਾਬਾਦ ਘਰ ਨਹੀਂ ਨੇ, ਮੈਂ ਇਲੈਕਸ਼ਨ ਜਿੱਤ ਕੇ ਉੱਥੇ ਚਲਾ ਜਾਣਾ। ਮੈਂ ਆਵਾਮ ਦੇ ਵਿੱਚ ਰਹਿਣਾ ਹਰ ਟਾਈਮ। ਆਵਾਮ ਮੈਨੂੰ ਆਸਾਨੀ ਨਾਲ ਮਿਲ ਸਕਦੀ ਹੈ, ਮੈਂ ਉਹਨਾਂ ਨੂੰ ਪਛਾਣਨਾ, ਉਹ ਮੈਨੂੰ ਪਛਾਣਦੇ ਨੇ। ਆ ਬੀਬੀਆਂ ਆਪਣੀ ਜਿੱਤੀ ਹੋਈ ਸੀਟ ਉਹਨਾਂ ਆਵਾਮ ਵਾਸਤੇ ਉਹਨਾਂ ਕਿਹਾ ਜੀ ਆਵਾਮ ਦਾ ਹੱਕ ਹੈ, ਆਵਾਮ ਨੂੰ ਦੇਣੀ ਵਾਪਸ ਕਰ ਦਿੱਤੀ ਹੈ। ਆ ਬੀਬੀਆਂ ਦਾ ਬੜਾ ਵੱਡਾ ਪਨ ਹੈ ਕਿਉਂਕਿ ਆ ਕੋਈ ਵੀ ਨਹੀਂ ਸੋਚਦਾ। ਤੇ ਬੀਬੀਆਂ ਆਵਾਮ ਵਾਸਤੇ ਆਪਣੀ ਜੰਗ 2018 ਵਿੱਚ ਵੀ ਲੜੀ ਔਰ ਹਲਕੇ ਦੇ ਕੰਮ ਕੀਤੇ। ਉਹਨਾਂ ਨੇ ਆਪਣੀ ਜਿੱਤੀ ਹੋਈ ਸੀਟ ਮੈਨੂੰ ਇੱਕ ਆਮ ਬੰਦੇ ਨੂੰ ਆਪਣੇ ਸਾਥੀ ਨੂੰ ਦੇ ਕੇ ਉਹਨਾਂ ਕਿਹਾ ਆਵਾਮ ਦੀ ਖਿਦਮਤ ਰਾਏ ਮੁਸ਼ਤਾਕ ਕਰੇਦਾ। ਆਵਾਮੀ ਬੰਦਾ ਹੈ, ਇੱਕ ਮਿਡਲ ਕਲਾਸ ਦਾ ਬੰਦਾ ਹੈ ਤੇ ਆਵਾਮ ਦਾ ਹੱਕ ਹੈ, ਤੋਂ ਆਵਾਮ ਨੂੰ ਵਾਪਸ ਕਰ ਦਿੱਤਾ। ਅੱਛਾ, ਇਹ ਜਿਹੜੇ 2018 ਤੋਂ ਲੈ ਕੇ 2023 ਤੱਕ ਦਾ ਟਾਈਮ ਲੰਘਿਆ, ਇਹਦੇ ਬੀਬੀ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਰਹੀਆਂ ਸਨ। ਫਿਰ ਉਹਨਾਂ ਨੇ ਬਾਅਦ ਜਗ੍ਹਾ ਤੇ ਬੁਜ਼ਾਰ ਸਾਹਿਬ ਨੂੰ ਵੀ ਸਪੋਰਟ ਕੀਤਾ ਤੇ ਸਦਰ ਸਾਹਿਬ ਦੇ ਅੰਦਰ ਵੀ ਵੋਟ ਦਿੱਤਾ। ਤੇ ਇਹਦੇ ਬਦਲੇ 'ਚ ਮਤਲਬ ਕੋਈ ਆਵਾਮ ਦੀ ਫਲਾਹ ਵਾਸਤੇ ਕਿਹੜੇ ਵੱਡੇ ਪ੍ਰੋਜੈਕਟ ਤੁਸੀਂ ਲਾਏ ਸਨ, ਇਹ ਵੀ ਤਾਂ ਦੱਸੋ ਨਾ ਜ਼ਰਾ। ਮਾਸ਼ਾਅੱਲਾ ਬੀਬੀ ਨੂੰ 2008 ਤੋਂ ਜਿੱਤਣ ਤੋਂ ਪਹਿਲੇ ਵੀ ਉਹਨਾਂ ਮਾਸ਼ਾਅੱਲਾ 4 ਲੰਗਰਖਾਨੇ ਸਾਡੇ ਚੱਲ ਰਹੇ ਨੇ। ਕਿਹੜੇ ਗਰੀਬ ਲੋਕ ਕਿਹੜੇ ਪੱਠਿਆਂ ਤੇ ਮਜ਼ਦੂਰੀ ਕਰਦੇ ਨੇ ਜਾਂ ਰੇਹੜੀ ਦਾ ਤਬਕਾ, ਦੋ ਟਾਈਮ ਦਾ ਉਹਨਾਂ ਨੂੰ ਖਾਣਾ ਮਿਲਦਾ ਫ੍ਰੀ ਦੇ ਵਿੱਚ। ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਖਾਣਾ ਖਾਂਦੇ ਨੇ। ਕਿੰਨੇ ਵਿੱਚ ਰਨਾਲਾ ਸ਼ਹਿਰ ਹੈ, ਸ਼ੇਰਗੜ੍ਹ ਹੈ, ਉਜਰਾ ਸ਼ਾਹ ਮਕੀਮ ਹੈ, ਔਰ ਕਿਲਾ ਦੀਵਾਨ ਸਿੰਘ ਤੇ 4 ਲੰਗਰਖਾਨੇ ਚੱਲ ਰਹੇ ਨੇ ਸਾਡੇ ਆਵਾਮ ਵਾਸਤੇ। ਫਿਰ ਉਸ ਤੋਂ ਬਾਅਦ ਤੇ ਨਾਦਾ ਸਿਹਤ ਦਾ, ਕਿਉਂਕਿ ਕੋਈ ਸਿਆਸੀ ਇਲਾਜ ਨਹੀਂ ਮਾਜਰਾ ਨਹੀਂ ਕਰਵਾਉਂਦਾ ਲੋਕਾਂ ਦਾ, ਲੇਕਿਨ ਬੀਬੀ ਹਰਾ ਬਾਈਪਾਸ ਤੱਕ ਲੋਕਾਂ ਦੇ ਇਲਾਜ ਕਰਵਾਏ ਨੇ। ਫਿਰ ਉਸ ਤੋਂ ਬਾਅਦ ਪਾਣੀ, ਸਾਫ਼ ਪਾਣੀ ਦੇ ਪਲਾਂਟ ਕਿਹੜੇ ਅਸੀਂ ਬੇਹੱਦ ਆਪਣੇ ਹਲਕੇ ਦੇ ਵਿੱਚ ਲਾਏ ਨੇ ਕਿ ਇੱਥੋਂ ਲੋਕਾਂ ਨੂੰ ਸਾਫ਼ ਪਾਣੀ ਮਿਲਦਾ, ਕਿਉਂਕਿ ਪਾਣੀ ਠੀਕ ਨਹੀਂ ਹੈ। ਤਾੜਾ ਪਾਣੀ ਥੱਲੇ ਖਾਰਾ ਪਾਣੀ ਹੈ ਨਾ ਸਾਰਾ, ਪਾਣੀ ਖਰਾਬ ਹੈ, ਕਿੰਦੇ ਵਜ੍ਹਾ ਤੋਂ ਲੋਕਾਂ ਨੂੰ ਹੈਪਾਟਾਈਟਸ ਸੀ ਦੇ ਮਰਜ਼ ਜਾਂ ਦੂਸਰੇ ਮਰਜ਼ਾਂ ਵਿੱਚ ਹੁੰਦੇ ਨੇ। ਤੇ ਅਸੀਂ ਕਾਫੀ ਪਾਣੀ ਦੇ ਪਲਾਂਟ ਲਾਏ ਨੇ। ਫਿਰ ਆਜ਼ਾਦ ਜਿੱਤ ਕੇ ਬੀਬੀ ਨਾਲ ਅਤਮਾਦ ਦਾ ਵੋਟ ਦੇ ਕੇ ਆਪਣਾ ਵਜ਼ੀਰ ਆਲਾ ਸਾਹਿਬ ਨੂੰ, ਬੁਜ਼ਦਾਰ ਸਾਹਿਬ ਨੂੰ, ਅਸੀਂ ਆਪਣੇ ਹਲਕੇ ਦੇ ਜਿਹੜੇ 35 ਸਾਲ MPA ਰਹੇ ਨੇ, ਮਿਨਿਸਟਰ ਰਹੇ ਨੇ, ਉਹਨਾਂ ਦੇ ਘਰ ਨਹੀਂ ਜਾ ਸਕਦਾ ਸੀ। ਉਹ ਸ਼ਹਿਰ ਨੂੰ ਬੰਦਾ ਲੋਕ ਨਹੀਂ ਜਾਂਦੇ ਸਨ। ਉਹ 15 ਕਿਲੋਮੀਟਰ ਦੂਰ ਦੇ ਸ਼ਹਿਰ ਵਿੱਚ ਚਲੇ ਜਾਂਦੇ ਹਨ, ਲੇਕਿਨ 2 ਕਿਲੋਮੀਟਰ ਦਾ ਸਫ਼ਰ ਨਹੀਂ ਕਰਦੇ ਹਨ। ਉਹ ਸ਼ਹਿਰ ਚਾਰ ਸ਼ਫੇਰੂ ਤੋਂ ਖਰਾਬ ਸਰ ਰੋਡ ਕਿਹੜੇ ਬੀਬੀ ਹਰਾਂ ਨੇ ਕਰੋੜਾਂ ਰੁਪਏ ਦੇ ਫੰਡ ਲਿਆ ਕੇ ਉਹ ਹਲਕੇ ਨੂੰ ਬਣਾਇਆ। ਔਰ ਬੇਸ਼ੁਮਾਰ ਇਸ ਤਰ੍ਹਾਂ ਦੇ ਕੰਮ ਨੇ ਕਿਹੜੇ ਬੀਬੀ ਹਰਾਂ ਕੀਤੇ ਨੇ। ਤੇ ਅਗਰ ਆਉਣ ਵਾਲੇ ਇਲੈਕਸ਼ਨ ਵਿੱਚ ਫਰਜ਼ ਕਰੋ ਅਲੀ ਰਜ਼ਾ ਗਿਲਾਨੀ ਸਾਹਿਬ ਨੂੰ ਨੂਨ ਲੀਗ ਟਿਕਟ ਦੇ ਛੱਡਦੀ, ਫਿਰ ਤੁਹਾਡੇ ਵਾਸਤੇ ਮੁਸ਼ਕਿਲ ਕੰਮ ਹੋ ਜਾਣਾ ਜੀ। ਦਰਅਸਲ ਮੈਂ ਪਹਿਲੇ ਵੀ ਗੱਲ ਕੀਤੀ, ਆਵਾਮ ਕਿਹਦੇ ਨਾਲ ਹੋਵੇ। ਸਾਡੇ ਕੋਲ ਪਹਿਲੇ ਵੀ 2015 ਵਿੱਚ ਵੀ ਟਿਕਟ ਨਹੀਂ ਹੈਗੀ ਸੀ, ਉਸ ਟਾਈਮ ਵੀ ਦੂਸਰੇ ਕੋਲ ਟਿਕਟ ਹੈਗੀ ਸੀ ਤੇ ਅਸੀਂ ਉਹਨਾਂ ਨੂੰ ਹਰਾਇਆ ਹੈ। ਅੱਲਾ ਦਾ ਸ਼ੁਕਰ ਹੈ ਆਵਾਮ ਨਾਲ ਹੈਗੀ ਸੀ। ਉਹਨਾਂ ਆਪਣਾ ਪੀਰੀ ਮਰੀਦੀ ਸਭ ਕੁਝ ਛੱਡ ਕੇ ਉਹ ਸਾਡੇ ਨਾਲ ਚੱਲੇ ਨੇ। ਮੁਸ਼ਤਾਕ ਉਸ ਟਾਈਮ ਵੀ ਆਮ ਆਦਮੀ ਸੀ ਔਰ ਅੱਜ ਵੀ ਆਮ ਆਦਮੀ। ਉਸ ਤੋਂ ਬਾਅਦ 2018 ਦੇ ਵਿੱਚ ਵੀ ਬੀਬੀ ਹਰਾਂ ਆਜ਼ਾਦ ਇਲੈਕਸ਼ਨ ਲੜਿਆ ਹੈ।
ਕਿਹੜਾ ਤੁਹਾਡੇ सामने इतनी लीड तो जीते ने और इंशाल्लाह ताला हुन भी आवाम नाल है तो कोई टिकट की जरूरत ही नहीं। नाज़रीन, ये थे राय मुश्ताक खरल साहब, जो आपने उनकी गुफ्तगू सुनी। हमने पंजाबी में गुफ्तगू इसलिए की कि उनके जो हल्के की आवाम है वो ज़्यादा इसको आसानी से समझ सकती है, और ऑब्वियसली मादरी ज़बान भी हमारी यही है, तो उनको इस बारे में ज़्यादा था कि वो अपनी आवाम से चूँकि बात करना चाहते हैं। ये जो सारी गुफ्तगू उनकी थी वो उन्हीं आवाम के लिए थी, तो इसलिए उन्होंने इससे की। हमारा ये जो स्पेशल प्रोग्राम का सिलसिला है ये यकीनन जारी रहेगा। आप हमारा ये प्रोग्राम जो है नया दौर स्पेशल्स पर देख सकते हैं। मुझे हसन इफ्तिखार को और राय मुश्ताक खरल साहब को दीजिए इजाज़त। अल्लाह हाफ़िज़।